So, students, let us start with the new chapter of your subject, that is human resource management. ਇਹ ਤਿੰਨ ਵਰਡਸ ਦੇ ਨਾਲ ਬਣਿਆ ਹੈ। ਹਿਊਮਨ ਜਾਨੀ ਕਿ ਅਸੀਂ ਸਾਡਾ ਨੇਚਰ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ। ਦੈਨ ਅਗਲਾ ਵਰਡ ਆਉਂਦਾ ਜੀ ਰਿਸੋਰਸ। ਰਿਸੋਰਸ ਦਾ ਮਤਲਬ ਸਟਾਕ, ਕਾਹਦਾ ਸਟਾਕ? ਸਟਾਫ ਦਾ, ਮਨੀ ਦਾ, ਮਟੀਰੀਅਲ ਦਾ, ਜੋ ਮੈਨੇਜਮੈਂਟ ਹੈ ਜਿਹੜੀ ਕੰਪਨੀ ਹੈ ਉਹ ਆਪਣੀ ਲੋੜ ਦੇ ਹਿਸਾਬ ਦੇ ਨਾਲ ਯੂਜ਼ ਕਰਦੀ ਹੈ। ਐਂਡ ਦੈਨ ਲਾਸਟ ਇਜ਼ ਮੈਨੇਜਮੈਂਟ। ਐਂਡ ਅਸੀਂ ਸਟਾਰਟਿੰਗ ਦੇ ਵਿੱਚ ਹੀ ਸਟੱਡੀ ਕਰ ਰਹੇ ਹਾਂ ਮੈਨੇਜਮੈਂਟ ਕੀ ਹੈ। ਸੋ ਮੈਨੇਜਮੈਂਟ ਕੀ ਕਰਦੀ ਹੈ? ਸਾਰੀਆਂ ਐਕਟੀਵਿਟੀਜ਼ ਐਂਡ ਟਾਸਕਸ ਜਿਹੜੇ ਪਰਫਾਰਮ ਕੀਤੇ ਜਾਂਦੇ ਨੇ ਉਹਨਾਂ ਨੂੰ ਕੰਟਰੋਲ ਕਰਦੀ ਹੈ ਤਾਂ ਕਿ ਇੱਕ ਪਰਟੀਕੂਲਰ ਗੋਲ ਨੂੰ ਅਚੀਵ ਕੀਤਾ ਜਾ ਸਕੇ। ਹੁਣ ਇਹ ਤਿੰਨੋਂ ਵਰਡਸ ਦਾ ਜੁਆਇੰਟ ਮਤਲਬ ਹੈ ਕਿ ਇਹ ਇੱਕ ਪ੍ਰੋਸੈਸ ਹੈ ਆਫ ਮੇਕਿੰਗ ਐਫੀਸ਼ੀਐਂਟ ਐਂਡ ਇਫੈਕਟਿਵ ਯੂਜ਼ ਆਫ ਹਿਊਮਨ ਰਿਸੋਰਸਿਸ ਤਾਂ ਕਿ ਜੋ ਗੋਲਸ ਸੈੱਟ ਕੀਤੇ ਨੇ ਉਹ ਅਚੀਵ ਹੋ ਸਕਣ। HRM ਕਿਹੜੇ ਇਸ਼ੂਜ਼ ਦੇਖਦੀ ਹੈ? ਲਾਈਕ ਰਿਕਰੂਟਮੈਂਟ, ਸਿਲੈਕਸ਼ਨ, ਆਰਗੇਨਾਈਜੇਸ਼ਨ, ਇੰਪਲੋਇਜ਼ ਦੀ ਸੇਫਟੀ, ਉਹਨਾਂ ਦੀ ਵੈਲਨੈਸ, ਕਮਿਊਨੀਕੇਟਿੰਗ ਐਂਡ ਟ੍ਰੇਨਿੰਗ। ਸੋ ਇਹ ਸਾਰੇ ਇਸ਼ੂਜ਼ ਆ ਜਿਹੜੇ ਉਹ HRM ਦੇਖਦੀ। ਸੋ ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਫੀਚਰਸ ਆਫ ਹਿਊਮਨ ਰਿਸੋਰਸ ਮੈਨੇਜਮੈਂਟ। ਹਿਊਮਨ ਰਿਸੋਰਸ ਮੈਨੇਜਮੈਂਟ ਦੇ ਫੀਚਰਸ ਕੀ ਨੇ? ਸੋ ਸਭ ਤੋਂ ਪਹਿਲਾ ਜਿਹੜਾ ਫੀਚਰ ਹੈ ਦੈਟ ਇਜ਼ ਇਨਹੈਰੈਂਟ ਪਾਰਟ ਆਫ ਮੈਨੇਜਮੈਂਟ। ਇਨਹੈਰੈਂਟ ਪਾਰਟ ਆਫ ਆਰਗੇਨਾਈਜੇਸ਼ਨ ਕਿੱਦਾਂ ਆ? ਜਿੱਦਾਂ ਕਿ ਹਰ ਕੰਪਨੀ ਦੇ ਵਿੱਚ ਕਾਫੀ ਸਾਰੇ ਡਿਪਾਰਟਮੈਂਟ ਹੁੰਦੇ ਨੇ। ਸੋ ਇਹ ਜ਼ਰੂਰੀ ਨਹੀਂ ਹੈ ਕਿ ਜਿਹੜਾ HRM ਹੈ, ਹਿਊਮਨ ਰਿਸੋਰਸ ਮੈਨੇਜਮੈਂਟ ਹੈ, ਸਿਰਫ ਔਰ ਸਿਰਫ HR ਡਿਪਾਰਟਮੈਂਟ ਦਾ ਕੰਮ ਹੈ। ਲੋਕ ਤਾਂ ਹਰ ਡਿਪਾਰਟਮੈਂਟ ਦੇ ਵਿੱਚ ਹੁੰਦੇ ਨੇ। ਸੋ ਮੈਨੇਜਮੈਂਟ ਲਈ ਜ਼ਰੂਰੀ ਨਹੀਂ ਕਿ ਸਿਰਫ HR ਡਿਪਾਰਟਮੈਂਟ HRM ਦੇ ਰਿਲੇਟਿਡ ਸਾਰੇ ਕੰਮ ਕਰੇਗਾ। ਹਰ ਇੱਕ ਡਿਪਾਰਟਮੈਂਟ ਦੇ ਵਿੱਚ ਹਿਊਮਨ ਰਿਸੋਰਸ ਮੈਨੇਜਮੈਂਟ ਜ਼ਰੂਰੀ ਹੁੰਦਾ ਹੈ। ਸੋ ਨੈਕਸਟ ਇਜ਼ ਸੈਕਿੰਡ ਇਜ਼ ਪਰਵੇਸਿਵ ਫੰਕਸ਼ਨ। ਪਰਵੇਸਿਵ ਫੰਕਸ਼ਨ ਕਹਿ ਲਓ ਜਾਂ ਯੂਨੀਵਰਸਲ ਫੰਕਸ਼ਨ ਵੀ ਇਹਨਾਂ ਨੂੰ ਕਹਿ ਸਕਦੇ ਹਾਂ। ਇਹਨੂੰ ਯੂਨੀਵਰਸਲ ਕਿਉਂ ਕਿਹਾ ਗਿਆ ਹੈ ਇਹ ਸਮਝਦੇ ਹਾਂ ਅਸੀਂ। ਮੈਨੇਜਮੈਂਟ ਦੇ ਵਿੱਚ ਕਿਸੇ ਵੀ ਲੈਵਲ 'ਤੇ ਅਗਰ ਤੁਸੀਂ ਕੰਮ ਕਰ ਰਹੇ ਹੋ ਇਹ ਫਰਕ ਨਹੀਂ ਪੈਂਦਾ। ਤੁਹਾਨੂੰ HRM ਦੀ ਹਰ ਲੈਵਲ 'ਤੇ ਜ਼ਰੂਰਤ ਪਏਗੀ, ਚਾਹੇ ਤੁਸੀਂ ਟੌਪ ਲੈਵਲ 'ਤੇ ਹੋ, ਚਾਹੇ ਤੁਸੀਂ ਮਿਡਲ ਲੈਵਲ 'ਤੇ ਹੋ, ਚਾਹੇ ਤੁਸੀਂ ਬੋਟਮ ਲੈਵਲ 'ਤੇ ਹੋ। ਜ਼ਰੂਰਤ ਕਿਉਂ ਪਏਗੀ? ਬਿਕੋਜ਼ ਹਰ ਲੈਵਲ 'ਤੇ ਤੁਸੀਂ ਲੋਕਾਂ ਦੇ ਨਾਲ ਕੰਮ ਕਰਨਾ ਹੈ ਐਂਡ ਹਿਊਮਨ ਰਿਸੋਰਸਿਸ ਦੇ ਨਾਲ ਕੰਮ ਕਰਨਾ ਹੈ। ਤੇ ਜਿੱਥੇ ਵੀ ਹਿਊਮਨ ਰਿਸੋਰਸ ਆ ਤੁਹਾਡੇ ਯੂਜ਼ ਹੋਣਗੇ ਉੱਥੇ HRM ਦੀ ਬਹੁਤ ਲੋੜ ਪੈਂਦੀ ਹੈ। ਐਂਡ ਹਿਊਮਨ ਰਿਸੋਰਸਿਸ ਹਰ ਸੈਕਟਰ ਦੇ ਵਿੱਚ ਅਵੇਲੇਬਲ ਹੁੰਦੇ ਨੇ। ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿਸੇ ਵੀ ਸੈਕਟਰ ਦੇ ਵਿੱਚ ਚਲੇ ਜਾਈਏ ਉੱਥੇ ਹਿਊਮਨ ਰਿਸੋਰਸਿਸ ਜ਼ਰੂਰ ਮਿਲਦੇ ਨੇ। ਸੋ ਉੱਥੇ HRM ਦੀ ਲੋੜ ਬਹੁਤ ਪੈਂਦੀ ਹੈ। ਸੋ ਨੈਕਸਟ ਇਜ਼ ਕੰਸਰਨਡ ਵਿਦ ਪੀਪਲ। ਸੋ ਇਹਦਾ ਸਿਰਫ ਔਰ ਸਿਰਫ ਕੰਸਰਨ ਲੋਕਾਂ ਦੇ ਨਾਲ ਹੈ, ਮਸ਼ੀਨ ਦੇ ਨਾਲ ਨਹੀਂ ਹੈ, ਮਟੀਰੀਅਲ ਕਿਸੇ ਹੋਰ ਮਟੀਰੀਅਲ ਦੇ ਨਾਲ ਨਹੀਂ ਹੈ। ਸਿਰਫ ਔਰ ਸਿਰਫ HRM ਦਾ ਜਿਹੜਾ ਕੰਸਰਨ ਹੈ ਦੈਟ ਇਜ਼ ਰਿਲੇਟਿਡ ਟੂ ਪੀਪਲ। ਨੈਕਸਟ ਇਜ਼ ਐਕਸ਼ਨ ਓਰੀਐਂਟਡ। ਐਕਸ਼ਨ ਓਰੀਐਂਟਡ ਇਹਨੂੰ ਅੱਧਾ ਕਿਹਾ ਗਿਆ ਹੈ ਬਿਕੋਜ਼ ਅਸੀਂ ਸਿਰਫ ਕਿਸੇ ਦਾ ਰਿਕਾਰਡ ਨਹੀਂ ਮੇਨਟੇਨ ਕਰ ਰਹੇ ਔਨ ਪੇਪਰਸ ਜਾਂ ਫਿਰ PC 'ਤੇ। ਇੱਦਾਂ ਨਹੀਂ ਹੈ, ਬਟ ਉਹਨਾਂ ਰਿਕਾਰਡਸ ਦੇ ਬੇਸਿਸ 'ਤੇ ਤੁਸੀਂ ਕਿਹੜੇ ਐਕਸ਼ਨ ਲੈ ਰਹੇ ਹੋ ਉਹਨਾਂ ਦੇ ਵੈਲਬੀਂਗ ਲਈ ਜਾਂ ਫਿਰ ਆਪਣੇ ਇੰਪਲੋਇਜ਼ ਦੇ ਵੈਲਫੇਅਰ ਦੇ ਲਈ। ਸੋ ਇਸ ਲਈ ਜਿਹੜਾ HRM ਹੈ ਉਹ ਐਕਸ਼ਨ ਓਰੀਐਂਟਡ ਵੀ ਹੈ। ਇਹ ਨਹੀਂ ਹੈ ਕਿ ਜਸਟ ਤੁਸੀਂ ਜਿਹੜੇ ਰਿਕਾਰਡਸ ਨੇ ਉਹ ਮੇਨਟੇਨ ਕਰਕੇ ਰੱਖ ਲਏ ਅਤੇ ਉਹ ਫਰਦਰ ਉਹਨਾਂ ਉੱਪਰ ਕੋਈ ਐਕਸ਼ਨ ਨਾ ਲਿਆ ਜਾਵੇ ਜਾਂ ਉਸ ਰਿਕਾਰਡ ਦੇ ਬੇਸ 'ਤੇ ਤੁਸੀਂ ਫਰਦਰ ਆਪਣਾ ਕੋਈ ਪਲਾਨ ਨਾ ਬਣਾਓ। ਸੋ ਹਿਊਮਨ ਰਿਸੋਰਸ ਮੈਨੇਜਮੈਂਟ ਹਮੇਸ਼ਾ ਹੀ ਐਕਸ਼ਨ ਓਰੀਐਂਟਡ ਰਿਹਾ ਹੈ। ਨੈਕਸਟ ਇਜ਼ ਕੰਟੀਨਿਊਅਸ ਪ੍ਰੋਸੈਸ। ਕੰਟੀਨਿਊਅਸ ਪ੍ਰੋਸੈਸ ਦਾ ਮਤਲਬ ਹੈ ਕਿ ਇੱਦਾਂ ਨਹੀਂ ਕਿ ਇੱਕ ਮੰਥ ਦੇ ਵਿੱਚ ਇੱਕ ਵਾਰ ਹਿਊਮਨ ਰਿਸੋਰਸ ਮੈਨੇਜਮੈਂਟ ਕਰ ਲਿਆ ਐਂਡ ਉਸ ਤੋਂ ਬਾਅਦ 4 ਸਾਲ 5 ਸਾਲ ਬਾਅਦ ਇਹਨੂੰ ਦੇਖਿਆ ਜਾਵੇ। ਸੋ ਇਹ ਇੱਕ ਕੰਟੀਨਿਊਅਸ ਪ੍ਰੋਸੈਸ ਹੈ ਜਿਹੜਾ ਚੱਲਦਾ ਰਹਿਣਾ ਚਾਹੀਦਾ ਹੈ। ਨੈਕਸਟ ਇਜ਼ ਡਾਇਰੈਕਟਿਡ ਟੂਵਰਡਸ ਅਚੀਵਮੈਂਟ ਆਫ ਓਬਜੈਕਟਿਵਸ। ਨੈਕਸਟ ਪੁਆਇੰਟ ਇਜ਼ ਹੁਣ ਡਾਇਰੈਕਟਿਡ ਟੂਵਰਡਸ ਅਚੀਵਮੈਂਟ ਆਫ ਓਬਜੈਕਟਿਵ ਦੀ ਗੱਲ ਕਰਦੇ ਹਾਂ। ਡੈਫੀਨੇਸ਼ਨ ਦੇ ਵਿੱਚ ਹਿਊਮਨ ਰਿਸੋਰਸ ਮੈਨੇਜਮੈਂਟ ਦੀ ਜਿਹੜੀ ਡੈਫੀਨੇਸ਼ਨ ਹੈ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਕਿ ਓਬਜੈਕਟਿਵ ਨੂੰ ਅਚੀਵ ਕਰਨ ਲਈ HRM ਨੂੰ ਇੰਪਲੀਮੈਂਟ ਕੀਤਾ ਜਾਂਦਾ ਹੈ। ਸੋ ਇਸ ਲਈ ਇਹ
ਡਾਇਰੈਕਟਡ ਹੈ ਟੂਵਰਡਸ ਦੀ ਅਚੀਵਮੈਂਟ ਆਫ ਆਬਜੈਕਟਿਵਸ। ਜਿਹੜੀ ਆਰਗੇਨਾਈਜੇਸ਼ਨ ਦੇ ਆਬਜੈਕਟਿਵਸ ਨੇ ਉਹਨਾਂ ਨੂੰ ਅਚੀਵ ਕਰਨ ਦੇ ਲਈ ਹਿਊਮਨ ਰਿਸੋਰਸ ਮੈਨੇਜਮੈਂਟ ਨੂੰ ਅਡੈਪਟ ਕੀਤਾ ਜਾਂਦਾ ਹੈ, ਅਡਾਪਟ ਕੀਤਾ ਜਾਂਦਾ ਹੈ। ਸੋ ਨੈਕਸਟ ਹੋਰ ਵੀ ਫੀਚਰਸ ਦੀ ਅਸੀਂ ਗੱਲ ਕਰਦੇ ਹਾਂ। ਸਭ ਤੋਂ ਪਹਿਲਾ ਇਸ ਪੇਜ ਦੇ ਵਿੱਚ ਜੋ ਫੀਚਰ ਹੈ ਦੈਟ ਇਜ਼ ਇਟ ਟਰਾਈਜ਼ ਟੂ ਡਿਵੈਲਪ ਦੀ ਫੁੱਲ ਪੋਟੈਂਸ਼ੀਅਲ ਆਫ ਇੰਪਲੋਈਜ਼ ਦਾ ਜਿਹੜਾ ਪੂਰਾ ਪੋਟੈਂਸ਼ੀਅਲ ਹੈ ਉਹਨੂੰ ਡਿਵੈਲਪ ਕਰਨ ਦੀ ਕੋਸ਼ਿਸ਼ ਕਰਦਾ ਹੈ ਹਿਊਮਨ ਰਿਸੋਰਸ ਮੈਨੇਜਮੈਂਟ। ਨੈਕਸਟ ਇਜ਼ ਇਟ ਟਰਾਈਜ਼ ਟੂ ਮੇਨਟੇਨ cordial relationships between people working at various levels in the organization। cordial relation ਦਾ ਮਤਲਬ ਹੈ very warm relationship, very sincere relationship, very friendly relationship। so ਇਹ try ਕਰਦਾ ਹੈ cordial relation ਬਣਾਉਣ ਦਾ between people working at various levels of organization। next is it advises the other managers to do their personal work more efficiently। ਇਹ ਐਡਵਾਈਸ ਕਰਦਾ ਹੈ ਮੈਨੇਜਰਸ ਨੂੰ ਕਿ ਉਹ ਆਪਣਾ ਜਿਹੜਾ ਪਰਸਨਲ ਵਰਕ ਹੈ ਉਹਨੂੰ ਹੋਰ ਐਫੀਸ਼ੀਐਂਟਲੀ ਪਰਫਾਰਮ ਕਰਨ। ਨੈਕਸਟ ਅਸੀਂ ਗੱਲ ਕਰਦੇ ਹਾਂ ਫੰਕਸ਼ਨਸ ਆਫ HRM। ਸੋ ਫਸਟ ਇਜ਼ ਕਿ ਸਰਚਿੰਗ ਫॉर ਰਾਈਟ ਪਰਸਨਸ ਫॉर ਰਾਈਟ ਜੌਬਸ। ਮਤਲਬ ਜਿਹੜਾ ਹਿਊਮਨ ਰਿਸੋਰਸ ਮੈਨੇਜਮੈਂਟ ਹੈ ਉਹ ਇੱਕ ਪਾਰਟੀਕੂਲਰ ਜੌਬ ਦੇ ਲਈ ਸਹੀ ਜਿਹੜਾ ਪਰਸਨ ਹੈ ਉਹਨੂੰ ਸਿਲੈਕਟ ਕਰਦਾ ਹੈ। ਨੈਕਸਟ ਇਜ਼ ਡਿਸਾਈਡਿੰਗ ਦੀ ਮੈਨ ਪਾਵਰ ਰਿਕੁਆਇਰਮੈਂਟ। ਇਹਨੂੰ ਸਮਝਣ ਦੇ ਲਈ ਅਸੀਂ ਇੱਕ ਐਗਜ਼ਾਮਪਲ ਕ੍ਰੀਏਟ ਕਰਦੇ ਹਾਂ। ਮੰਨ ਲਓ ਸਾਡਾ ਇੱਕ ਸ਼ਾਪਿੰਗ ਮਾਲ ਹੈ, ਉਸ ਸ਼ਾਪਿੰਗ ਮਾਲ ਦੇ ਵਿੱਚ ਡੇਲੀ ਮੇਰੇ ਕੋਲ 1000 ਤੋਂ 2000 ਜਿਹੜੇ ਲੋਕ ਨੇ ਉਹ ਵਿਜ਼ਿਟ ਕਰਦੇ ਨੇ। ਸੋ ਉਹਨਾਂ ਨੂੰ ਮੈਨੇਜ ਕਰਨ ਦੇ ਲਈ ਇੱਕ ਮੈਂ ਪਰਟੀਕੂਲਰ ਅਮਾਊਂਟ ਆਫ ਸਟਾਫ ਹੈ ਜਿਹੜਾ ਡਿਸਾਈਡ ਕਰਦਾ ਹਾਂ। ਸਟਾਫ ਮੰਨ ਲਓ ਮੈਂ 50 ਮੈਂਬਰਸ ਦਾ ਸਟਾਫ ਹੈ ਜਿਹੜਾ ਉਹ ਅਪੁਆਇੰਟ ਕਰਦਾ ਹਾਂ। ਉਹ 50 ਮੈਂਬਰਸ ਆਫ ਸਟਾਫ ਨੇ ਜਿਹੜੇ ਉਹ ਈਜ਼ੀਲੀ 1000 ਜਾਂ 2000 ਲੋਕਾਂ ਨੂੰ ਮੈਨੇਜ ਕਰ ਸਕਦੇ ਨੇ। ਬਟ ਫੈਸਟੀਵਲ ਸੀਜ਼ਨ 'ਚ ਕੀ ਹੁੰਦਾ ਆ, ਇਹ ਜਿਹੜੀ ਪਾਪੂਲੇਸ਼ਨ ਹੈ ਜਿਹੜੇ ਲੋਕ ਵਿਜ਼ਿਟ ਕਰਦੇ ਨੇ ਮੌਲਸ ਦੇ ਵਿੱਚ ਇਹ ਯੂਨੀਫਾਰਮ ਨਹੀਂ ਰਹਿੰਦੀ। ਫੈਸਟੀਵਲ ਸੀਜ਼ਨ ਦੇ ਵਿੱਚ ਕਾਫੀ ਸਾਰਾ ਰਸ਼ ਤੁਸੀਂ ਦੇਖਿਆ ਵੀ ਹੋਵੇਗਾ। ਸੋ ਉਸ ਚੀਜ਼ ਨੂੰ ਮੈਨੇਜ ਕਰਨ ਦੇ ਲਈ ਮੈਨੂੰ ਆਪਣੇ ਸਟਾਫ ਮੈਂਬਰਸ ਆ ਜਿਹੜੇ ਇਨਕਰੀਜ਼ ਕਰਨੇ ਪੈਣਗੇ। ਅਗਰ ਮੈਂ ਸੇਮ ਰੱਖਾਂਗਾ ਤੇ ਜਿਹੜੇ ਉੱਥੇ ਲੋਕ ਵਿਜ਼ਿਟ ਕਰ ਰਹੇ ਆ ਉਹਨਾਂ ਨੂੰ ਦਿੱਕਤ ਆਏਗੀ। ਸੋ ਹਿਊਮਨ ਰਿਸੋਰਸ ਮੈਨੇਜਮੈਂਟ ਕੀ ਕਰਦਾ ਹੈ, ਮੈਨ ਪਾਵਰ ਕਿੰਨੀ ਚਾਹੀਦੀ ਹੈ ਉਹਨੂੰ ਡਿਸਾਈਡ ਕਰਨ ਦੇ ਵਿੱਚ ਹੈਲਪ ਕਰਦਾ ਹੈ। ਨੈਕਸਟ ਇਜ਼ ਟ੍ਰੇਨਿੰਗ ਐਂਡ ਡਿਵੈਲਪਮੈਂਟ ਆਫ ਇੰਪਲੋਈਜ਼। ਇੰਪਲੋਈ ਦੀ ਟ੍ਰੇਨਿੰਗ ਦਾ ਐਂਡ ਡਿਵੈਲਪਮੈਂਟ ਦਾ ਜਿਹੜਾ ਕੰਮ ਹੈ ਉਹ ਹਿਊਮਨ ਰਿਸੋਰਸ ਮੈਨੇਜਮੈਂਟ ਹੀ ਕਰਦੀ ਹੈ। ਨੈਕਸਟ ਇਜ਼ HRM ਰਿਕਰੂਟਸ, ਸਿਲੈਕਟਸ ਐਂਡ ਪਲੇਸਿਸ। ਜੋ ਹਿਊਮਨ ਰਿਸੋਰਸ ਮੈਨੇਜਮੈਂਟ ਹੈ ਉਹ ਰਿਕਰੂਟ ਵੀ ਕਰਦੀ ਹੈ, ਸਿਲੈਕਟ ਵੀ ਕਰਦੀ ਹੈ ਐਂਡ ਇੰਪਲੋਈ ਨੂੰ ਪਾਰਟੀਕੂਲਰ ਜੌਬ ਤੇ ਪਲੇਸ ਵੀ ਕਰਦੀ ਹੈ। ਸੋ ਨੈਕਸਟ ਫੰਕਸ਼ਨ ਇਜ਼ ਪ੍ਰੋਵਾਈਡਿੰਗ ਦੀ ਬੈਟਰ ਵਰਕਿੰਗ ਕੰਡੀਸ਼ਨ। ਜਿਹੜੀ ਵਰਕਿੰਗ ਕੰਡੀਸ਼ਨ ਹੈ, ਵਰਕਿੰਗ ਇਨਵਾਇਰਮੈਂਟ ਹੈ ਜਿੱਥੇ ਤੁਸੀਂ ਕੰਮ ਕਰ ਰਹੇ ਹੋ, ਸੋ ਉਹਨੂੰ ਬੈਟਰ ਰੱਖਣਾ ਜਿਹੜਾ ਆ ਉਹ HRM ਦਾ ਕੰਮ ਹੈ। ਮੋਟੀਵੇਟਿੰਗ ਇੰਪਲੋਈਜ਼ ਟੂ ਅਕੰਪਲਿਸ਼ ਦੀ ਆਰਗੇਨਾਈਜੇਸ਼ਨਲ ਆਬਜੈਕਟਿਵਸ। ਇੰਪਲੋਈਜ਼ ਨੂੰ ਮੋਟੀਵੇਟ ਕਰਦੇ ਰਹਿਣਾ ਤਾਂ ਕਿ ਉਹ ਆਰਗੇਨਾਈਜੇਸ਼ਨ ਦੇ ਜਿਹੜੇ ਆਬਜੈਕਟਿਵਸ ਆ ਉਹਨੂੰ ਅਚੀਵ ਕਰਨ ਦੇ ਵਿੱਚ ਹੈਲਪ ਕਰਨ। ਨੈਕਸਟ ਇਜ਼ ਕੀਪਿੰਗ ਹਾਈ ਲੈਵਲ ਆਫ ਮੋਰਲ ਇਨ ਇੰਪਲੋਈਜ਼। ਇੰਪਲੋਈਜ਼ ਦਾ ਜਿਹੜਾ ਮੋਰਲ ਹੈ ਉਹਨੂੰ ਹਾਈ ਲੈਵਲ ਤੇ ਰੱਖਣਾ ਵੀ ਇੱਕ HRM ਦਾ ਕੰਮ ਹੁੰਦਾ ਹੈ। ਨੈਕਸਟ ਇਜ਼ ਇੰਕਰੀਜ਼ਿੰਗ ਦੀ ਇੰਪਲੋਈਜ਼ ਜੌਬ ਸੈਟਿਸਫੈਕਸ਼ਨ ਐਂਡ ਸੈਲਫ ਐਕਚੁਅਲਾਈਜੇਸ਼ਨ। ਇੰਪਲੋਈ ਦੀ ਜਿਹੜੀ ਜੌਬ ਸੈਟਿਸਫੈਕਸ਼ਨ ਹੈ ਉਹਨੂੰ ਹਮੇਸ਼ਾ ਇਨਕਰੀਜ਼ ਕਰਕੇ ਰੱਖਣਾ ਤਾਂ ਕਿ ਜਿਹੜੇ ਇੰਪਲੋਈਜ਼ ਨੇ ਉਹ ਕੰਫਰਟੇਬਲੀ ਵਰਕ ਕਰ ਸਕਣ, ਉਹਨਾਂ ਦੇ ਦਿਮਾਗ ਤੇ ਕੋਈ ਸਟ੍ਰੈਸ ਨਾ ਹੋਵੇ, ਕੋਈ ਟੈਨਸ਼ਨ ਨਾ ਹੋਵੇ ਜੌਬ ਦੇ ਰਿਲੇਟਡ। ਨੈਕਸਟ ਇਜ਼ ਡਿਵੈਲਪਿੰਗ ਓਵਰਆਲ ਪਰਸਨੈਲਿਟੀ ਆਫ ਈਚ ਇੰਪਲੋਈ। ਹਰ ਇੱਕ ਇੰਪਲੋਈ ਦੀ ਜਿਹੜੀ ਓਵਰਆਲ ਪਰਸਨੈਲਿਟੀ ਹੈ ਉਹਨੂੰ ਡਿਵੈਲਪ ਕਰਨਾ। ਨੈਕਸਟ HRM increases employees capabilities to perform the present job well। HRM ਕੀ ਕਰਦੀ ਹੈ, ਇੰਪਲੋਈਜ਼ ਦੀ ਕੈਪੇਬਿਲਿਟੀ ਨੂੰ ਇਨਕਰੀਜ਼ ਕਰਦੀ ਹੈ ਤਾਂ ਕਿ ਜਿਹੜਾ ਉਹ ਜੌਬ ਪਰਫਾਰਮ ਕਰ ਰਹੇ ਨੇ ਉਹਨੂੰ ਅੱਛੀ ਤਰ੍ਹਾਂ ਪਰਫਾਰਮ ਕਰ ਸਕਣ। HRM provides well trained and well motivated employees। HRM ਹਮੇਸ਼ਾ ਹੀ well trained and well motivated ਜਿਹੜੇ employees ਨੇ ਉਹ ਪ੍ਰੋਵਾਈਡ ਕਰਦੀ ਹੈ। ਨੈਕਸਟ ਅਸੀਂ ਗੱਲ ਕਰਦੇ ਹਾਂ ਰਿਕਰੂਟਮੈਂਟ ਦੀ। ਰਿਕਰੂਟਮੈਂਟ ਰੈਫਰਸ ਟੂ ਦੀ ਪ੍ਰੋਸੈਸ ਆਫ ਆਈਡੈਂਟੀਫਾਈਂਗ, ਅਟਰੈਕਟਿੰਗ ਐਂਡ ਇੰਟਰਵਿਊਇੰਗ, ਸਿਲੈਕਟਿੰਗ, ਹਾਇਰਿੰਗ ਔਨ ਬੋਰਡ ਇੰਪਲੋਈਜ਼। ਰਿਕਰੂਟਮੈਂਟ ਜਿਹੜਾ ਹੈ ਉਹਦਾ ਆਬਜੈਕਟਿਵ ਕੀ ਹੈ, ਟੂ ਓਬਟੇਨ ਦੀ ਕੁਆਲਿਟੀ ਇੰਪਲੋਈਜ਼। ਰਿਕਰੂਟਮੈਂਟ ਜਿਹੜੀ ਆ ਉਹ ਐਕਟ ਕਰਦੀ ਹੈ ਐਜ਼ ਅ ਲਿੰਕ ਬਿਟਵੀਨ ਇੰਪਲੋਈ ਐਂਡ ਦੀ ਜੌਬ ਸੀਕਰਸ।
रिक्रूटमेंट ये हमेशा इंश्योर करती है कि जिहड़ी प्लेसमेंट आ सही कैंडीडेट की सही जगह होवे। नैक्सट इज इंटरनल सोर्सिस ऑफ रिक्रूटमेंट। सोर्सिस ऑफ रिक्रूटमेंट का मतलब जदों रिक्रूटमेंट हुंदी है ਕਿਹੜੇ ਕਿਹੜੇ ਸੋਰਸਿਸ ਦੇ ਥਰੂ ਹੁੰਦੀ ਹੈ। ਸੋ ਇਹ ਇੰਟਰਨਲ ਸੋਰਸਿਸ ਨੇ। ਇੰਟਰਨਲ ਸੋਰਸਿਸ ਦੇ ਵਿੱਚ ਸਭ ਤੋਂ ਪਹਿਲਾ ਹੈ ਟ੍ਰਾਂਸਫਰ। ਟ੍ਰਾਂਸਫਰ ਮਤਲਬ ਸ਼ਿਫਟ ਹੋਣਾ ਫਰੋਮ ਵਨ ਜੌਬ ਟੂ ਅਨਦਰ ਜਾਂ ਫਿਰ ਫਰੋਮ ਵਨ ਪਲੇਸ ਟੂ ਅਨਦਰ। ਐਂਡ ਇਹਦੇ ਨਾਲ ਜਿਹੜੀਆਂ ਡਿਊਟੀਜ਼ ਤੁਸੀਂ ਪਿਛਲੀ ਜਗ੍ਹਾ ਪਰਫਾਰਮ ਕਰ ਰਹੇ ਸੀਗੇ ਉਹ ਡਿਊਟੀਜ਼ ਚੇਂਜ ਵੀ ਹੋ ਸਕਦੀਆਂ ਨੇ। ਟ੍ਰਾਂਸਫਰ ਜਿਹੜੀ ਹੁੰਦੀ ਹੈ ਇਹਦੇ ਵਿੱਚ ਇਨਸ਼ੋਰ ਕੀਤਾ ਜਾਂਦਾ ਹੈ ਕਿ ਇੰਪਲੋਈ ਨਵੀਂ ਜੌਬ ਪਰਫਾਰਮ ਕਰਨ ਲਈ ਵੀ ਕੈਪੇਬਲ ਹੈ ਜਾਂ ਨਹੀਂ। ਨੈਕਸਟ ਇਜ਼ ਪ੍ਰਮੋਸ਼ਨ। ਪ੍ਰਮੋਸ਼ਨ ਦਾ ਮਤਲਬ ਇੱਕ ਪੋਸਟ ਤੋਂ ਹਾਇਰ ਪੋਸਟ ਤੇ ਪ੍ਰਮੋਟ ਕਰਨਾ ਐਂਡ ਇਹਦੇ ਨਾਲ ਜਿਹੜੀਆਂ ਰਿਸਪੌਂਸਿਬਿਲਿਟੀਜ਼ ਆ ਇਹ ਵੀ ਜਿਹੜੀਆਂ ਆ ਉਹ ਇਨਕਰੀਜ਼ ਹੋ ਜਾਂਦੀਆਂ ਆ ਉਸ ਪਰਸਨ ਦੀਆਂ। ਨੈਕਸਟ ਇਜ਼ ਅਪਗ੍ਰੇਡਿੰਗ। ਅਪਗ੍ਰੇਡਿੰਗ ਦਾ ਮਤਲਬ ਆਉਣ ਵਾਲੀ ਜਿਹੜੀ ਨਵੀਂ ਟੈਕਨੋਲੋਜੀ ਆ ਉਹਦੇ ਨਾਲ ਅਪ ਟੂ ਡੇਟ ਰੱਖਣਾ ਇੰਪਲੋਈਜ਼ ਨੂੰ। ਰਿਟਾਇਰਡ ਇੰਪਲੋਈਜ਼ ਆ। ਰਿਟਾਇਰਡ ਇੰਪਲੋਈਜ਼ ਜਿਹੜੇ ਨੇ ਇੱਕ ਅੱਛਾ ਇੰਟਰਨਲ ਸੋਰਸ ਹੁੰਦੇ ਨੇ ਰਿਕਰੂਟਮੈਂਟ ਦਾ, ਉਹ ਰੈਫਰ ਕਰਦੇ ਨੇ। ਇੰਪਲੋਏ ਰੈਫਰੈਂਸ ਦੇ ਵਿੱਚ ਵੀ ਇਹੀ ਹੈ, ਜਿਹੜੇ ਓਨ ਜੌਬ ਜਿਹੜੇ ਇੰਪਲੋਈਜ਼ ਕੰਮ ਕਰ ਰਹੇ ਆ ਉਹ ਰੈਫਰਲ ਦੇ ਸਕਦੇ ਨੇ ਆਪਣੇ ਪਰਸਨਲ ਰਿਲੇਸ਼ਨਸ ਦਾ, ਜਾਂ ਫਿਰ ਕੋਈ ਪਰਸਨਲ ਨੋਨ ਪਰਸਨ ਨੇ ਉਹਨਾਂ ਦਾ ਰੈਫਰੈਂਸ ਦੇ ਸਕਦੇ ਨੇ। ਜੋਬ ਪੋਸਟਿੰਗ ਦਾ ਮਤਲਬ ਆ ਮੰਨ ਲਓ ਆਰਗੇਨਾਈਜੇਸ਼ਨ ਦਾ ਇੱਕ ਬੁਲੇਟਿਨ ਬੋਰਡ ਆ ਜਾਂ ਨੋਟਿਸ ਬੋਰਡ ਆ, ਉੱਥੇ ਕੋਈ ਜੌਬ ਕ੍ਰੀਏਟ ਹੋ ਰਹੀ ਆ ਤੇ ਉੱਥੇ ਪੋਸਟ ਕਰਨਾ। ਇਹ ਹੈਲਪ ਕਰਦਾ ਹੈ ਜਿਹੜੇ ਉੱਥੇ ਦੇ ਇੰਪਲੋਈਜ਼ ਨੇ ਉਹਨਾਂ ਨੂੰ ਗਰੋ ਕਰਨ ਦੇ ਵਿੱਚ। ਨੈਕਸਟ ਇਜ਼ ਐਕਸਟਰਨਲ ਸੋਰਸਿਸ ਆਫ ਰਿਕਰੂਟਮੈਂਟ। ਐਕਸਟਰਨਲ ਸੋਰਸਿਸ ਦੇ ਵਿੱਚ ਸਭ ਤੋਂ ਪਹਿਲਾ ਐਕਸਟਰਨਲ ਸੋਰਸ ਹੈ ਪ੍ਰੈਸ ਐਡਵਰਟਾਈਜ਼ਮੈਂਟ। ਪ੍ਰੈਸ ਦੇ ਵਿੱਚ ਨੋਟਿਸ ਦੇਣਾ ਕਿ ਇਹ ਜੌਬ ਦੀ ਵੈਕੈਂਸੀ ਹੈ। ਐਜੂਕੇਸ਼ਨਲ ਇੰਸਟੀਟਿਊਟਸ ਦੇ ਵਿੱਚ ਜਾਣਾ ਪਲੇਸਮੈਂਟ ਲਈ। ਤੁਹਾਨੂੰ ਪਤਾ ਹੈ ਐਜੂਕੇਸ਼ਨਲ ਇੰਸਟੀਟਿਊਟ ਦੇ ਵਿੱਚ ਕਾਫੀ ਸਾਰੀਆਂ ਕੰਪਨੀਜ਼ ਵਿਜ਼ਿਟ ਕਰਦੀਆਂ ਨੇ। ਪਲੇਸਮੈਂਟ ਏਜੰਸੀਜ਼ ਆ, ਕੰਸਲਟਿੰਗ ਏਜੰਟਸ ਹੁੰਦੇ ਆ ਜਿਨ੍ਹਾਂ ਦੇ ਥਰੂ ਜੌਬਸ ਆ ਜਿਹੜੀਆਂ ਉਹ ਕ੍ਰੀਏਟ ਕੀਤੀਆਂ ਜਾਂਦੀਆਂ ਨੇ। ਇੰਪਲੋਇਮੈਂਟ ਐਕਸਚੇਂਜਿਸ। ਇੰਪਲੋਇਮੈਂਟ ਐਕਸਚੇਂਜ ਇੱਕ ਨਿਊਜ਼ਪੇਪਰ ਵੀ ਆ, ਉੱਥੇ ਵੀ ਤੁਹਾਨੂੰ ਜੌਬਸ ਦੀਆਂ ਵੈਕੈਂਸੀਜ਼ ਬਾਰੇ ਪਤਾ ਚੱਲ ਸਕਦਾ ਹੈ। ਨੈਕਸਟ ਇਜ਼ ਲੇਬਰ ਕੰਟਰੈਕਟਰ। ਲੇਬਰ ਕੰਟਰੈਕਟਰ ਮੀਨਸ ਇੱਕ ਕੰਟਰੈਕਟਰ ਹੈ ਜਿਹਨੂੰ ਤੁਸੀਂ ਇੱਕ ਪਰਟੀਕੂਲਰ ਜੌਬ ਲਈ ਅਸਾਈਨ ਕੀਤਾ ਹੈ ਐਂਡ ਉਹਦਾ ਕੰਮ ਹੈ ਅੱਗੇ ਸੋਰਸਿਸ ਨੂੰ ਲੈ ਕੇ ਆਉਣਾ ਤਾਂ ਕਿ ਉਹ ਟਾਸਕ ਨੂੰ ਪਰਫਾਰਮ ਕਰਵਾ ਸਕੇ। ਰਿਕਰੂਟਮੈਂਟ ਔਨ ਗੇਟ। ਔਨ ਗੇਟ ਵੀ ਗੇਟ ਦੇ ਬਾਹਰ ਵੀ ਤੁਸੀਂ ਸ਼ਾਇਦ ਦੇਖਿਆ ਹੋਏਗਾ, ਕਈ ਫੈਕਟਰੀਜ਼ ਨੇ ਬਾਹਰ ਵੀ ਲਿਖਾਇਆ ਹੁੰਦਾ ਹੈ ਜਿਹੜੀ ਜੌਬ ਦੀ ਵੈਕੈਂਸੀ ਦੀ ਉਹਨਾਂ ਨੂੰ ਲੋੜ ਹੁੰਦੀ ਹੈ ਤੇ ਉਸ ਗੇਟ ਤੇ ਹੀ ਇੰਪਲੋਈ ਕੀ ਹੈ ਆਪਣਾ ਫਾਰਮ ਵਗੈਰਾ ਫਿਲ ਕਰਦੇ ਨੇ ਫॉर ਦੀ ਪਾਰਟੀਕੂਲਰ ਟਾਈਪ ਆਫ ਜੌਬ। ਨੈਕਸਟ ਅਸੀਂ ਗੱਲ ਕਰਦੇ ਹਾਂ ਟ੍ਰੇਨਿੰਗ ਦੀ। Training is a planned program designed to improve performance, knowledge, skills, attitude and social behavior of employees. Training ਕੀ ਹੈ? ਇੱਕ planned program ਹੈ ਜਿਹੜਾ employee ਦੀ performance ਨੂੰ, ਉਹਦੀ knowledge ਨੂੰ, ਉਹਦੇ skills, ਉਹਦਾ attitude ਤੇ ਉਹਦਾ social behavior ਕਿੱਦਾਂ ਦਾ ਰਹੇਗਾ ਉਹਦੇ ਵਿੱਚ help ਕਰਦਾ ਹੈ। Next question ਆਉਂਦਾ ਹੈ why training is required. So ਇਹਦਾ ਆਨਸਰ ਦੇਖਦੇ ਹਾਂ ਕੀ ਹੈ। ਨਿਊਲੀ ਰਿਕਰੂਟਡ ਇੰਪਲੋਇਜ਼ ਰਿਕੁਆਇਰਡ ਟ੍ਰੇਨਿੰਗ ਟੂ ਪਰਫਾਰਮ ਦੇਅਰ ਟਾਸਕਸ ਐਫੀਸ਼ੀਐਂਟਲੀ। ਜਿਹੜੇ ਨਵੇਂ ਰਿਕਰੂਟਡ ਇੰਪਲੋਇਜ਼ ਨੇ ਅਗਰ ਉਹਨਾਂ ਨੂੰ ਪਤਾ ਹੀ ਨਹੀਂ ਹੋਏਗਾ ਵੀ ਇੱਕ ਪਾਰਟੀਕੂਲਰ ਜੌਬ ਨੂੰ ਅਸੀਂ ਕਿੱਦਾਂ ਪਰਫਾਰਮ ਕਰਨਾ ਆ ਤੇ ਉਹ ਆਪਣੀ ਜੌਬ ਤੇ ਕੋਈ ਵੀ ਕੰਮ ਨਹੀਂ ਕਰ ਪਾਉਣਗੇ। ਸੋ ਇਸ ਲਈ ਟ੍ਰੇਨਿੰਗ ਬਹੁਤ ਜ਼ਰੂਰੀ ਹੁੰਦੀ ਹੈ। ਐਗਜ਼ਿਸਟਿੰਗ ਇੰਪਲੋਇਜ਼ ਰਿਕੁਆਇਰ ਰਿਫਰੈਸ਼ਰ ਟ੍ਰੇਨਿੰਗ। ਰਿਫਰੈਸ਼ਰ ਟ੍ਰੇਨਿੰਗ ਦਾ ਮਤਲਬ ਜਿਹੜੇ ਇੰਪਲੋਇਜ਼ ਉੱਥੇ ਕੰਮ ਕਰ ਰਹੇ ਆ ਆਲਰੇਡੀ ਉਹਨਾਂ ਨੂੰ ਟ੍ਰੇਨਿੰਗ ਪ੍ਰੋਵਾਈਡ ਕਰਨਾ ਤਾਂ ਕਿ ਉਹ ਆਉਣ ਵਾਲੀ ਨਵੀਆਂ ਟੈਕਨੀਕਸ ਦੇ ਬਾਰੇ ਜਾਣਕਾਰੀ ਹਾਸਿਲ ਕਰ ਸਕਣ ਤੇ ਆਪਣਾ ਜਿਹੜਾ ਜੌਬ ਆ ਉਹਨੂੰ ਈਜ਼ੀਲੀ ਪਰਫਾਰਮ ਕਰਨ। ਟ੍ਰੇਨਿੰਗ ਇਜ਼ ਨੈਸੈਸਰੀ ਵੈਨ ਏ ਪਰਸਨ ਮੂਵਸ ਫਰੋਮ ਵਨ ਜੌਬ ਟੂ ਅਨਦਰ। ਜਦੋਂ ਪਰਸਨ ਇੱਕ ਪਾਰਟੀਕੂਲਰ ਟਾਈਪ ਆਫ ਜੌਬ ਤੋਂ ਦੂਸਰੀ ਜੌਬ ਤੇ ਜਾਂਦਾ ਆ ਤੇ ਉਹਦੀ ਜਿਹੜੀ ਟ੍ਰੇਨਿੰਗ ਆ ਬਹੁਤ ਜ਼ਰੂਰੀ ਹੁੰਦੀ ਹੈ। ਟੂ ਮੇਕ ਇੰਪਲੋਇਜ਼ ਮੋਬਾਈਲ ਐਂਡ ਵਰਸੇਟਾਈਲ। ਵਰਸੇਟਾਈਲ ਦਾ ਮਤਲਬ ਕਿਸੇ ਵੀ ਟਾਈਪ ਆਫ ਰੋਲ ਨੂੰ ਈਜ਼ੀਲੀ ਹੈਂਡਲ ਕਰ ਸਕਣਾ। ਨੈਕਸਟ ਇਜ਼ ਟੂ ਮੇਕ ਇੰਪਲੋਇਜ਼ ਮੋਰ ਪ੍ਰੋਡਕਟਿਵ ਐਂਡ ਯੂਜ਼ਫੁਲ। ਇੰਪਲੋਇਜ਼ ਨੂੰ ਇੰਨਾ ਜ਼ਿਆਦਾ ਯੂਜ਼ਫੁਲ ਬਣਾਉਣਾ ਕਿ ਜਿਹੜੀ ਪ੍ਰੋਡਕਟਿਵਿਟੀ ਆ ਉਹਨੂੰ ਵੀ ਉਹ ਇੰਪਰੂਵ ਕਰ ਸਕਣ। ਨੈਕਸਟ ਇਜ਼ ਟੂ ਬ੍ਰਿਜ ਦੀ ਗੈਪ ਬਿਟਵੀਨ ਵਟ ਇੰਪਲੋਈ ਹੈਜ਼ ਐਂਡ ਵਟ ਦਾ ਜੌਬ ਡਿਮਾਂਡਸ। ਜਿਹੜਾ ਬ੍ਰਿਜ ਗੈਪ ਹੈ ਇੰਪਲੋਈ ਦਾ ਤੇ ਜੌਬ ਦਾ, ਮਤਲਬ ਇੰਪਲੋਈ
ਦੇ ਕੋਲ ਕੀ ਕੈਪੇਬਿਲਿਟੀ ਹੈ ਤੇ ਜਿਹੜੀ ਜੌਬ ਆ ਉਹਦੀ ਡਿਮਾਂਡ ਕੀ ਹੈ। ਇਹਨਾਂ ਦੇ ਵਿੱਚ ਜਿਹੜਾ ਬ੍ਰਿਜ ਗੈਪ ਹੈ ਉਹਨੂੰ ਕਵਰ ਕਰਨਾ, ਇਹ ਟ੍ਰੇਨਿੰਗ ਜਿਹੜੀ ਹੈ ਇਹਦੇ ਲਈ ਟ੍ਰੇਨਿੰਗ ਬਹੁਤ ਜ਼ਰੂਰੀ ਹੁੰਦੀ ਹੈ। ਨੈਕਸਟ ਗੱਲ ਕਰਦੇ ਆ ਜੀ ਟਾਈਪਸ ਆਫ ਟ੍ਰੇਨਿੰਗ। ਟ੍ਰੇਨਿੰਗ ਦੀਆਂ ਕਾਫੀ ਸਾਰੀਆਂ ਟਾਈਪਸ ਹੁੰਦੀਆਂ ਨੇ, ਜਿੱਦਾਂ ਕਿ ਫਸਟ ਇਜ਼ ਓਰੀਐਂਟੇਸ਼ਨ ਟ੍ਰੇਨਿੰਗ। ਓਰੀਐਂਟੇਸ਼ਨ ਟ੍ਰੇਨਿੰਗ ਦੇ ਵਿੱਚ ਜਿਹੜਾ ਨਵਾਂ EMPLOYEE ਹੈ ਉਹਨੂੰ ਬੇਸਿਕ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਂਦੀ ਹੈ ਅਬਾਊਟ ਆਰਗੇਨਾਈਜੇਸ਼ਨ, ਉਹਦੇ EMPLOYEES ਕੀ ਕੰਮ ਕਰਦੇ ਨੇ ਤੇ ਉੱਥੇ ਦਾ ਵਰਕ ਕਲਚਰ ਕੀ ਹੈ। ਇਹ ਸਾਰੀ ਨੌਲੇਜ ਨੂੰ ਓਰੀਐਂਟੇਸ਼ਨ ਟ੍ਰੇਨਿੰਗ ਦੇ ਵਿੱਚ EMPLOYEE ਨੂੰ ਦੱਸਿਆ ਜਾਂਦਾ ਹੈ। ਨੈਕਸਟ ਇਜ਼ ਅਪ੍ਰੈਂਟਿਸਸ਼ਿਪ ਟ੍ਰੇਨਿੰਗ। ਇਹ ਕੰਬੀਨੇਸ਼ਨ ਹੈ ਔਨ ਜੌਬ ਟ੍ਰੇਨਿੰਗ ਦਾ ਐਂਡ ਕਲਾਸਰੂਮ ਟ੍ਰੇਨਿੰਗ ਦਾ, ਜਿੱਥੇ ਵਰਕਰਸ ਨੂੰ ਪੈਸੇ ਵੀ ਮਿਲਦੇ ਨੇ ਟ੍ਰੇਨਿੰਗ ਕਰਨ ਦੇ। ਨੈਕਸਟ ਇਜ਼ ਰਿਫਰੈਸ਼ਰ ਟ੍ਰੇਨਿੰਗ। ਇਹ ਆਰਗੇਨਾਈਜ਼ ਕੀਤੀ ਜਾਂਦੀ ਹੈ ਓਲਡ ਜਾਂ ਫਿਰ ਐਗਜ਼ਿਸਟਿੰਗ EMPLOYEES ਲਈ ਵਿਦ ਏ ਪਰਪਸ ਕਿ ਉਹ ਆਪਣੀਆਂ ਸਕਿੱਲਸ ਨੂੰ ਇੰਪਰੂਵ ਕਰ ਸਕਣ। ਨੈਕਸਟ ਇਜ਼ ਇੰਟਰਨਸ਼ਿਪ ਟ੍ਰੇਨਿੰਗ। ਇਹਦਾ ਮਤਲਬ ਹੈ ਇਹ ਇੱਕ ਟੈਂਪਰੇਰੀ ਪੋਸਟ ਹੁੰਦੀ ਹੈ ਜਿਹਦਾ ਮੇਨ ਫੋਕਸ ਹੈ ਔਨ ਜੌਬ ਟ੍ਰੇਨਿੰਗ ਦਾ। ਟੂ ਇੰਟਰਨ ਦਾ ਮਤਲਬ ਕਿ ਇੰਟਰਨ ਦਾ ਮਤਲਬ ਹੈ ਟੂ ਪਾਸ ਸਮਥਿੰਗ। ਇਹ ਇੱਕ ਟੈਂਪਰੇਰੀ ਜੌਬ ਹੁੰਦੀ ਹੈ, ਇੱਕ ਪਰਮਾਨੈਂਟ ਜੌਬ ਨਹੀਂ ਹੁੰਦੀ। ਸੋ ਇਹ ਪੇਡ ਵੀ ਹੋ ਸਕਦੀ ਹੈ ਤੇ ਅਨਪੇਡ ਵੀ ਹੋ ਸਕਦੀ ਹੈ। ਇਹਦੇ ਵਿੱਚ ਇੰਟਰਨਸ਼ਿਪ ਟ੍ਰੇਨਿੰਗ ਦੇ ਵਿੱਚ ਟੈਂਪਰੇਰੀਲੀ ਤੁਹਾਨੂੰ ਜਿੱਥੇ ਕੰਮ ਹੋ ਰਿਹਾ ਹੈ ਉੱਥੇ ਦਾ ਐਕਸੈਸ ਮਿਲਦਾ ਹੈ। ਤੁਸੀਂ ਉੱਥੇ ਦੀ ਵਰਕ ਕਲਚਰ ਨੂੰ, ਮਸ਼ੀਨਸ ਨੂੰ, ਵਰਕਰਸ ਨੂੰ ਕਿੱਦਾਂ ਕੰਮ ਕਰਦੇ ਨੇ, ਕਿੱਦਾਂ ਅੱਗੇ ਮੂਵ ਕਰਵਾਉਂਦੇ ਨੇ ਪ੍ਰੋਡਕਟ ਦਾ, ਇਹ ਸਭ ਕੁਝ ਤੁਹਾਨੂੰ ਸਿੱਖਣ ਨੂੰ ਮਿਲਦਾ ਹੈ ਇੰਟਰਨਸ਼ਿਪ ਟ੍ਰੇਨਿੰਗ ਦੇ ਵਿੱਚ। ਨੈਕਸਟ ਇਜ਼ ਵੈਸਟੀਬਿਊਲ ਟ੍ਰੇਨਿੰਗ। ਵੈਸਟੀਬਿਊਲ ਟ੍ਰੇਨਿੰਗ ਦਾ ਮਤਲਬ ਇਹਦੇ ਵਿੱਚ ਟ੍ਰੇਨੀਜ਼ ਐਕਚੁਅਲ ਜਾਂ ਫਿਰ ਸਿਮੂਲੇਟਡ ਇਕਵਿਪਮੈਂਟ ਨੂੰ ਚਲਾਉਣਾ ਸਿੱਖਦੇ ਨੇ। ਸਿਮੂਲੇਟਡ ਇਕਵਿਪਮੈਂਟ ਮੀਨਸ ਤੁਸੀਂ ਕਾਫੀ ਵਾਰ ਦੇਖਿਆ ਵੀ ਹੋਏਗਾ ਟੀਵੀ ਦੇ ਵਿੱਚ, ਲੋਕੋਮੋਟਿਵ ਡਰਾਈਵਰ ਜਿਹੜੇ ਟ੍ਰੇਨ ਦੇ ਹੁੰਦੇ ਨੇ ਉਹਨਾਂ ਨੂੰ ਪਹਿਲਾਂ ਇੱਕ ਸਿਮੂਲੇਟਡ ਡਿਵਾਈਸ ਤੇ ਟ੍ਰੇਨਿੰਗ ਦਿੱਤੀ ਜਾਂਦੀ ਹੈ, ਜਾਂ ਫਿਰ ਜਿਹੜੇ ਪਲੇਨਸ ਉਡਾਉਂਦੇ ਨੇ ਪਾਇਲਟ ਉਹਨਾਂ ਨੂੰ ਵੀ ਇੱਕ ਸਿਮੂਲੇਟਡ ਡਿਵਾਈਸ ਤੇ ਪਹਿਲਾਂ ਟ੍ਰੇਨ ਕੀਤਾ ਜਾਂਦਾ ਹੈ। ਇੱਦਾਂ ਕਿਉਂ? ਕਿਉਂਕਿ ਇਹ ਇਕਵਿਪਮੈਂਟਸ ਕਾਫੀ ਕੋਸਟਲੀ ਹੁੰਦੇ ਨੇ। ਸੋ ਅਗਰ ਆਪਾਂ ਔਨ ਰੀਅਲ ਸਿਚੁਏਸ਼ਨ ਦੇ ਵਿੱਚ ਰੀਅਲ ਇਕਵਿਪਮੈਂਟ ਤੇ ਟ੍ਰੇਨਿੰਗ ਦੇਵਾਂਗੇ EMPLOYEE ਦੀ ਐਜ਼ ਵੈਲ ਐਜ਼ ਮਸ਼ੀਨਰੀ ਦੀ, ਮਸ਼ੀਨ ਦਾ ਵੀ ਨੁਕਸਾਨ ਹੋ ਸਕਦਾ ਹੈ। ਇਸ ਲਈ ਸਿਮੂਲੇਟਡ ਇਕਵਿਪਮੈਂਟ ਤੇ ਟ੍ਰੇਨਿੰਗ ਦੇਣਾ ਜ਼ਿਆਦਾ ਬੈਟਰ ਸਮਝਿਆ ਜਾਂਦਾ ਹੈ, ਜਿੱਥੇ ਇਕਵਿਪਮੈਂਟਸ ਤੇ EMPLOYEE ਦੀ ਜਾਨ ਕਾਫੀ ਕੀਮਤੀ ਹੁੰਦੀ ਹੈ। ਸੋ ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਮੈਥਡਸ ਆਫ ਟ੍ਰੇਨਿੰਗ। ਔਨ ਜੌਬ ਟ੍ਰੇਨਿੰਗ ਮਤਲਬ ਜਦੋਂ ਤੁਸੀਂ ਜੌਬ ਕਰ ਰਹੇ ਹੋ ਉਸ ਟਾਈਮ ਤੇ ਤੁਹਾਨੂੰ ਕਿਹੜੀਆਂ ਟ੍ਰੇਨਿੰਗਸ ਦੇ ਮੈਥਡ ਮਿਲਦੇ ਨੇ। ਫਸਟ ਇਜ਼ ਕੋਚਿੰਗ ਮੈਥਡ। ਸੈਕੰਡ ਇਜ਼ ਜੌਬ ਰੋਟੇਸ਼ਨ। ਜੌਬ ਨੂੰ ਰੋਟੇਟ ਕਰਨਾ ਮਤਲਬ ਇੱਕ EMPLOYEE ਕੁਆਲਿਟੀ ਇੰਜੀਨੀਅਰ ਹੈ, ਉਹ ਪਹਿਲਾਂ ਇੱਕ ਪਾਰਟੀਕੂਲਰ ਫੋਰਜਿੰਗ ਡਿਪਾਰਟਮੈਂਟ ਦੇ ਵਿੱਚ ਹੈ, ਫਿਰ ਉਹਨੂੰ ਰੋਟੇਟ ਕਰਕੇ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਵੇ। ਇਸੇ ਤਰ੍ਹਾਂ ਜੌਬਸ ਨੂੰ ਰੋਟੇਟ ਕਰਕੇ ਟ੍ਰੇਨਿੰਗ ਦਿੱਤੀ ਜਾਂਦੀ ਹੈ। ਕਮੇਟੀ ਅਸਾਈਨਮੈਂਟਸ। ਕੋਈ ਕਮੇਟੀ ਹੈ ਤੁਹਾਨੂੰ ਅਸਾਈਨਮੈਂਟ ਦੇ ਦਿੰਦੀ ਹੈ ਕਿ ਤੁਹਾਡਾ ਪ੍ਰੋਡਕਸ਼ਨ ਟਾਰਗੇਟ ਅੱਜ ਦਾ ਇੰਨਾ ਹੈ ਔਰ ਤੁਸੀਂ ਇੰਨੇ ਇਕਵਿਪਮੈਂਟਸ ਨੂੰ ਟੈਸਟ ਕਰਨਾ ਹੈ, ਉਹਨਾਂ ਦੀ ਕੁਆਲਿਟੀ ਚੈੱਕ ਕਰਨੀ ਹੈ। ਡੈਲੀਗੇਸ਼ਨ ਆਫ ਕਾਮਨ ਅਥਾਰਟੀ। ਕਾਮਨ ਅਥਾਰਟੀ ਨੂੰ ਅਸਾਈਨ ਕਰਨਾ ਕਿਸੇ ਨੂੰ ਵੀ, ਤਾਂ ਕਿ ਉਹਨੂੰ ਹੈਂਡਲ ਕਰਨ ਦਾ, ਸਿਚੁਏਸ਼ਨ ਨੂੰ ਹੈਂਡਲ ਕਿੱਦਾਂ ਕਰਨਾ ਆ, ਉਸ ਚੀਜ਼ ਨੂੰ ਹੈਂਡਲ ਕਰਨ ਦਾ ਤਰੀਕਾ ਪਤਾ ਚੱਲ ਸਕੇ। ਆਫ ਜੌਬ ਟ੍ਰੇਨਿੰਗ ਦਾ ਮਤਲਬ ਲੈਕਚਰ ਦੇਣਾ, ਲੈਕਚਰ ਦੀ ਹੈਲਪ ਦੇ ਨਾਲ ਉਹਨੂੰ ਟ੍ਰੇਨਿੰਗ ਪ੍ਰੋਵਾਈਡ ਕਰਨਾ। ਨੈਕਸਟ ਇਜ਼ ਰੋਲ ਪਲੇ ਮੈਥਡ। ਰੋਲ ਪਲੇ ਮੈਥਡ ਮਤਲਬ ਤੁਹਾਨੂੰ ਇੱਕ ਰੋਲ ਪ੍ਰੋਵਾਈਡ ਕਰ ਦੇਣਾ। ਮੰਨ ਲਓ ਤੁਸੀਂ ਇੱਕ ਟੀਮ ਲੀਡਰ ਹੋ, ਤੁਹਾਨੂੰ ਇੱਕ ਰੋਲ ਦੇ ਦੇਣਾ ਕਿ ਤੁਸੀਂ ਇੱਕ ਪਰਟੀਕੂਲਰ ਟਾਸਕ ਨੂੰ ਹੈਂਡਲ ਕਰਨਾ ਹੈ। ਕਾਨਫਰੰਸ ਮੈਥਡ। ਕਾਨਫਰੰਸ ਦੀ ਹੈਲਪ ਦੇ ਨਾਲ ਆਪਣੇ EMPLOYEES ਦੀ ਪ੍ਰੋਬਲਮਸ ਨੂੰ, ਉਹਨਾਂ ਨੂੰ ਟ੍ਰੇਨ ਕਰਨਾ, ਉਹਨਾਂ ਦੀਆਂ ਪ੍ਰੋਬਲਮਸ ਕੀ ਆ, ਉਹਨਾਂ ਦੇ ਡਰਾਬੈਕਸ ਕੀ ਨੇ, ਕਿੱਥੇ ਕਿੱਥੇ ਉਹ ਲੈਕ ਕਰ ਰਹੇ ਨੇ। ਸੋ ਇੱਕ ਕਾਨਫਰੰਸ ਮੀਟਿੰਗ ਦੀ ਹੈਲਪ ਦੇ ਨਾਲ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ। ਮੈਨੇਜਮੈਂਟ ਗੇਮਸ। ਮੈਨੇਜਮੈਂਟ ਦੇ ਵਿੱਚ ਕਾਫੀ ਸਾਰੀਆਂ ਗੇਮਸ ਚੱਲਦੀਆਂ ਨੇ ਰਿਲੇਟਿਡ ਟੂ ਪ੍ਰੋਡਕਸ਼ਨ, ਰਿਲੇਟਿਡ ਟੂ ਸਮ ਅਦਰ ਵਰਕ, ਜਿਹਦੇ ਨਾਲ EMPLOYEES ਨੂੰ ਇਕੱਠੇ ਕਿੱਦਾਂ ਕੰਮ ਕਰਨਾ ਹੈ ਉਹ ਸਿੱਖਣ ਦੇ ਵਿੱਚ ਹੈਲਪ ਹੁੰਦੀ ਹੈ। ਸੋ ਟੀਮਸ ਦੇ ਵਿੱਚ ਕੰਮ ਕਿੱਦਾਂ ਕਰਨਾ ਹੈ, ਟੀਮਸ ਦੇ ਵਿੱਚ ਡਿਸੀਜਨ ਕਿੱਦਾਂ ਲੈਣੇ ਆ, ਹਰ ਕਿਸੇ ਦਾ ਰੋਲ ਕਿੱਦਾਂ ਅਸਾਈਨ ਕਰਨਾ ਹੈ, ਸਾਰਾ ਕੁਝ ਸਾਨੂੰ ਆਫ ਜੌਬ ਟ੍ਰੇਨਿੰਗ ਮੈਨੇਜਮੈਂਟ ਗੇਮਸ ਦੇ ਵਿੱਚ ਸਿੱਖਣ ਨੂੰ ਮਿਲਦਾ ਹੈ। ਨੈਕਸਟ ਇਜ਼ ਗਰੁੱਪ ਡਿਸਕਸ਼ਨ ਮੈਥਡ। ਗਰੁੱਪ ਡਿਸਕਸ਼ਨ ਮੈਥਡ ਦੇ ਵਿੱਚ ਅਸੀਂ ਕੀ ਕਰਦੇ ਹਾਂ, ਇੱਕ ਟੇਬਲ ਟਾਕ ਹੁੰਦੀ ਹੈ। ਟੇਬਲ ਟਾਕ ਦੇ ਵਿੱਚ ਹਰ ਇੱਕ EMPLOYEE ਨੂੰ ਆਪਣਾ ਜਿਹੜਾ ਵਿਊ ਹੈ ਉਹ ਰੱਖਣ ਦਾ ਮੌਕਾ ਦਿੱਤਾ ਜਾਂਦਾ ਹੈ। ਉਸ ਵਿਊ ਦੇ ਵਿੱਚ
ਜਿਹੜੇ ਮੋਡਰੇਟਰਸ ਨੇ ਉਹ ਕੀ ਦੇਖਦੇ ਨੇ ਕਿ ਕਿਸ ਜਗ੍ਹਾ ਮੇਨ ਜਿਹੜੀ ਪ੍ਰੋਬਲਮ ਆ ਰਹੀ ਹੈ ਔਰ ਉਸ ਪ੍ਰੋਬਲਮ ਨੂੰ ਆਪਾਂ ਕਿੱਦਾਂ ਅੱਗੇ EMPLOYEES ਨੂੰ ਟ੍ਰੇਨਿੰਗ ਪ੍ਰੋਵਾਈਡ ਕਰਕੇ ਸੋਲਵ ਕਰਨਾ ਹੈ। ਇਨ ਬਾਸਕਟ ਮੈਥਡ ਦੇ ਵਿੱਚ ਇਹ ਇੱਕ ਤਰੀਕਾ ਹੈ ਜਿਹਦੇ ਵਿੱਚ ਅਗਰ ਮੰਨ ਲਓ EMPLOYEE ਨੇ ਇੱਕ ਪਾਰਟਿਕੂਲਰ ਜੌਬ ਨੂੰ ਪਰਫਾਰਮ ਕਰਨਾ ਹੈ, ਮੀਨਸ ਇੱਕ EMPLOYEE ਇੱਕ ਨਵੀਂ ਪੋਜੀਸ਼ਨ ਤੇ ਪੋਸਟ ਕੀਤਾ ਗਿਆ ਹੈ, ਉਹਨੂੰ ਨਵੀਂ ਕਿਸੇ ਜੌਬ ਤੇ ਉਹਨੂੰ ਅਸਾਈਨ ਕੀਤਾ ਗਿਆ। ਸੋ ਪਹਿਲਾਂ ਹੀ ਉਹਨੂੰ ਰੇਂਜ ਆਫ ਪ੍ਰੋਬਲਮਸ ਪ੍ਰੋਵਾਈਡ ਕਰਨਾ ਕਿ ਇਸ ਜਗ੍ਹਾ ਅਗਰ ਉਹ ਆਪਣੀ ਜੌਬ ਨੂੰ ਪਰਫਾਰਮ ਕਰਦਾ ਹੈ ਤੇ ਉਹਨੂੰ ਕਿਹੜੀਆਂ ਪ੍ਰੋਬਲਮਸ ਨੇ ਜਿਨ੍ਹਾਂ ਦਾ ਉਹਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਵੈਸਟੀਬਿਊਲ ਮੈਥਡ ਅਸੀਂ ਆਲਰੇਡੀ ਪੜ੍ਹ ਚੁੱਕੇ ਹਾਂ ਟਾਈਪਸ ਆਫ ਟ੍ਰੇਨਿੰਗ ਦੇ ਵਿੱਚ। ਨੈਕਸਟ ਅਸੀਂ ਗੱਲ ਕਰਦੇ ਹਾਂ ਰੀਟ੍ਰੇਨਿੰਗ। ਰੀਟ੍ਰੇਨਿੰਗ ਦਾ ਮਤਲਬ ਆ EMPLOYEES ਨੂੰ ਨਵੀਂ ਟੈਕਨੀਕ ਤੇ ਨਵੀਂ ਨੌਲੇਜ, ਨਵੀਂ ਸਕਿੱਲਸ ਦੇ ਬਾਰੇ ਟ੍ਰੇਨਿੰਗ ਦੇਣਾ। ਸੋ ਰੀਟ੍ਰੇਨਿੰਗ ਪ੍ਰੋਗਰਾਮਸ ਵੀ ਕਾਫੀ ਸਾਰੀ ਇੰਡਸਟਰੀਜ਼ ਫੋਲੋ ਕਰ ਰਹੀਆਂ ਨੇ ਤਾਂ ਕਿ ਉਹ ਆਪਣੇ EMPLOYEES ਦੀਆਂ ਜਿਹੜੀਆਂ ਸਕਿੱਲਸ ਨੇ ਉਹਨਾਂ ਨੂੰ ਹੋਰ ਇੰਪਰੂਵ ਕਰ ਸਕਣ। ਨੈਕਸਟ ਇਜ਼ ਕੰਪਨਸੇਸ਼ਨ। EMPLOYEES ਨੇ ਜਿਹੜੇ ਕੰਮ ਕਰਦੇ ਨੇ ਕਿਸੇ ਵੀ ਆਰਗੇਨਾਈਜੇਸ਼ਨ ਦੇ ਵਿੱਚ, ਉਹ 3 ਤਰ੍ਹਾਂ ਦੇ ਰਿਵਾਰਡਸ ਨੇ ਜਿਹੜੇ ਉਹ ਡਿਜ਼ਰਵ ਕਰਦੇ ਨੇ। ਫਸਟ ਇਜ਼ ਵੇਜਿਸ, ਸੈਕੰਡ ਇਜ਼ ਸੈਲਰੀਜ਼, ਥਰਡ ਇਜ਼ ਕੰਪਨਸੇਸ਼ਨਸ। ਕੰਪਨਸੇਸ਼ਨ ਦੇ ਵਿੱਚ ਕਾਫੀ ਸਾਰੇ ਬੈਨੀਫਿਟਸ ਆਉਂਦੇ ਨੇ ਜਿੱਦਾਂ ਕਿ ਬੋਨਸ ਮਿਲਣਾ, ਕਮਿਸ਼ਨ ਮਿਲਣਾ, ਮੈਡੀਕਲ ਇੰਸ਼ੋਰੈਂਸ ਮਿਲਣਾ, ਰਿਟਾਇਰਮੈਂਟ ਤੇ ਜਿਹੜੇ ਬੈਨੀਫਿਟਸ ਹੈ ਉਹ ਮਿਲਦੇ ਨੇ। ਸੋ ਇਹਦੇ ਵਿੱਚ ਵੇਜਿਸ ਐਂਡ ਸੈਲਰੀਜ਼ ਦੀ ਬੇਸਿਕ ਡਿਫਰੈਂਸ ਦੇ ਬਾਰੇ ਵੀ ਮੈਂ ਗੱਲ ਕਰਨਾ ਚਾਹੁੰਦਾ। ਸੈਲਰੀ ਕੀ ਹੈ? ਇੱਕ ਫਿਕਸਡ ਅਮਾਊਂਟ ਹੈ, ਕੰਪਨਸੇਸ਼ਨ ਹੈ ਕਿਸੇ ਵੀ ਪਾਰਟਿਕੂਲਰ ਜੌਬ ਲਈ, ਇਹ ਫਿਕਸਡ ਰਹਿੰਦੀ ਹੈ, ਕਦੀ ਵੀ ਵੇਰੀ ਨਹੀਂ ਕਰਦੀ। ਵੇਜਿਸ ਨੇ ਜਿਹੜੀਆਂ ਇਹ ਹਮੇਸ਼ਾ ਵੇਰੀ ਕਰਦੀਆਂ ਨੇ। ਇਹ ਵੇਜਿਸ ਡਿਸਾਈਡ ਕੀਤੀਆਂ ਜਾਂਦੀਆਂ ਹੈ ਪਾਰਟਿਕੂਲਰਸ ਆਫ ਮਤਲਬ ਕਿੰਨੇ ਘੰਟੇ ਤੁਸੀਂ ਕੰਮ ਕੀਤਾ ਹੈ, ਐਂਡ ਇਹ ਡੇਲੀ ਬੇਸਿਸ ਤੇ ਹੁੰਦੀ ਹੈ ਵੇਜ। ਬਟ ਜਿਹੜੀ ਸੈਲਰੀ ਹੈ ਉਹ ਫਿਕਸਡ ਰਹਿੰਦੀ ਹੈ। ਸੋ ਇਹ ਸੀ ਤੁਹਾਡਾ ਅੱਜ ਦਾ ਟੌਪਿਕ, ਦੈਟ ਵਾਜ਼ ਹਿਊਮਨ ਰਿਸੋਰਸ ਮੈਨੇਜਮੈਂਟ। ਸੋ ਆਪਣੇ ਨੈਕਸਟ ਲੈਕਚਰ ਦੇ ਵਿੱਚ ਅਸੀਂ ਆਪਣੇ ਨੈਕਸਟ ਚੈਪਟਰ ਤੇ ਪ੍ਰੋਸੀਡ ਕਰਾਂਗੇ, ਦੈਟ ਇਜ਼ ਮਾਰਕੀਟਿੰਗ ਐਂਡ ਸੇਲਸ। ਥੈਂਕ ਯੂ।